ਜੈ ਮਸੀਹ ਜੀ। ਅੱਜ ਅਸੀਂ ਫੇਰ ਦੇਖਾਂਗੇ ਅਫਸੀਆਂ ਦਾ ਖੱਤ, ਉਸ ਦਾ ਦੂਸਰਾ ਅਧਿਆਇ ਅਤੇ ਉਸ ਦੀ 8 ਆਇਤ ਤੋਂ ਲੈ ਕੇ ਉਸ ਦੀ 10ਵੀਂ ਆਇਤ ਤੱਕ। ਆਓ ਅਸੀਂ ਪ੍ਰਾਰਥਨਾ ਕਰੀਏ। ਹੇ ਪਿਤਾ ਪਰਮੇਸ਼ਵਰ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਲਈ ਜੋ ਤੂੰ ਸਾਨੂੰ ਦਿੱਤਾ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਤੂੰ ਆਪਣੇ ਵਚਨ ਨਾਲ ਸਾਡੇ ਨਾਲ ਗੱਲਬਾਤ ਕਰ। ਆਮੀਨ। ਅਸੀਂ ਪੜ੍ਹਦੇ ਹਾਂ ਫਿਰ ਅਫਸੀਆਂ ਦਾ ਖੱਤ, ਉਸ ਦਾ ਦੂਸਰਾ ਅਧਿਆਇ ਅਤੇ ਉਸ ਦੀ 8 ਆਇਤ ਤੋਂ ਲੈ ਕੇ ਉਸ ਦੀ 10ਵੀਂ ਆਇਤ ਤੱਕ। ਉਸ ਵਿੱਚ ਅਸੀਂ ਪੜ੍ਹਦੇ ਹਾਂ, ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ, ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ਵਰ ਦੀ ਬਖਸ਼ੀਸ਼ ਹੈ। ਇਹ ਕਰਨੀਆਂ ਤੋਂ ਨਹੀਂ, ਅਜਿਹਾ ਨਾ ਹੋਵੇ ਭਈ ਕੋਈ ਘਮੰਡ ਕਰੇ। ਕਿਉਂ ਜੋ ਅਸੀਂ ਉਹਦੀ ਰਚਨਾ ਹਾਂ, ਜਿਹੜੇ ਮਸੀਹ ਯੀਸ਼ੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ, ਜੋ ਪਰਮੇਸ਼ਵਰ ਨੇ ਅੱਗੇ ਹੀ ਤਿਆਰ ਕੀਤੇ ਸਨ, ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ। ਅਤੇ ਅਸੀਂ ਦੇਖਦੇ ਹਾਂ ਫਿਰ ਜਿਵੇਂ ਕਿ ਮੈਂ 2 ਹਫ਼ਤੇ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਕਿਵੇਂ ਅਸੀਂ ਪਾਪਾਂ 'ਚ ਮੁਰਦਾ ਸੀ ਅਤੇ ਪ੍ਰਭੂ ਦੀ ਕਿਰਪਾ ਦੇ ਰਾਹੀਂ ਅਸੀਂ ਬਚਾਏ ਗਏ। ਅਤੇ ਦੇਖਿਆ ਕਿ ਕਿਵੇਂ ਪ੍ਰਭੂ ਕਿਰਪਾਲੂ ਹੈ, ਪ੍ਰਭੂ ਪ੍ਰੇਮ ਕਰਦਾ ਹੈ, ਆਪਣੇ ਵਾਅਦੇ ਨੂੰ ਯਾਦ ਰੱਖਦਾ ਹੈ। ਅਸੀਂ ਪਿਛਲੇ ਹਫ਼ਤੇ ਦੇਖਿਆ ਇਹ, ਅਤੇ ਅਸੀਂ ਉਹ ਵੀ ਦੇਖਿਆ ਕਿ ਕਿਵੇਂ 2 ਤਰ੍ਹਾਂ ਦੇ ਇਨਸਾਨ ਹਨ ਇਸ ਧਰਤੀ ਉੱਤੇ। ਇੱਕ ਤਾਂ ਉਹ ਹਨ ਜੋ ਕਿ ਅੰਧਕਾਰ 'ਚ ਫਸੇ ਹਨ, ਇੱਕ ਉਹ ਹਨ ਜੋ ਕਿ ਹੁਣ ਯਿਸੂ ਮਸੀਹ ਦੀ ਰੋਸ਼ਨੀ ਦੇ ਵਿੱਚ ਆ ਗਏ ਹਨ। ਅੱਜ ਅਸੀਂ ਇੱਕ ਸਵਾਲ ਦੇਖਦੇ ਹਾਂ ਜੋ ਕਿ ਅਸੀਂ ਇਸ ਆਇਤਾਂ ਵਿੱਚ ਦੇਖਦੇ ਹਾਂ। ਉਹ ਇਹ ਹੈ ਕਿ ਅਸੀਂ ਆਪਣੇ ਕੰਮਾਂ ਰਾਹੀਂ ਬਚਾਏ ਜਾਂਦੇ ਹਾਂ ਜਾਂ ਪ੍ਰਭੂ ਦੀ ਕਿਰਪਾ ਰਾਹੀਂ ਬਚਾਏ ਜਾਂਦੇ ਹਾਂ। ਇਹ ਜੋ 2 ਗੱਲਾਂ ਅਸੀਂ ਦੇਖਦੇ ਹਾਂ ਇਹ ਆਇਤਾਂ ਵਿੱਚ 8, 9 ਅਤੇ 10 ਆਇਤ ਵਿੱਚ। ਅਤੇ ਅਸੀਂ ਪੜ੍ਹਦੇ ਹਾਂ ਵੀ ਅਸੀਂ ਕਿਵੇਂ ਬਚਾਏ ਗਏ ਅਤੇ ਅਸੀਂ ਕਿਉਂ ਬਚਾਏ ਗਏ, ਅਤੇ ਸਾਡੇ ਇੱਕ ਮਸੀਹ ਹੋਣ ਦਾ ਮਕਸਦ ਕੀ ਹੈ, ਅਤੇ ਸਾਡੀ ਨਿਹਚਾ ਕੀ ਹੈ। ਪਿਛਲੇ ਸਮੇਂ ਅਸੀਂ ਦੇਖਿਆ ਕਿਰਪਾ ਕੀ ਹੈ, ਅੰਧਕਾਰ ਕੀ ਹੈ, ਅਤੇ ਅੱਜ ਅਸੀਂ ਦੇਖਦੇ ਹਾਂ ਕਿ ਨਿਹਚਾ ਕੀ ਹੈ। ਪ੍ਰਭੂ ਉੱਤੇ ਨਿਹਚਾ ਕਰਨ ਦਾ ਮਤਲਬ ਕੀ ਹੈ, ਅਤੇ ਕੀ ਸਾਡੇ ਵੱਲੋਂ ਹੈ ਜਾਂ ਪਰਮੇਸ਼ਵਰ ਵੱਲੋਂ ਹੈ। ਅਤੇ ਅਸੀਂ ਪੜ੍ਹਦੇ ਹਾਂ, ਕਿਉਂ ਜੋ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ। ਕਿਰਪਾ ਇੰਗਲਿਸ਼ ਦਾ ਵਰਡ ਹੈ ਗ੍ਰੇਸ। ਕਿਰਪਾ, ਗ੍ਰੇਸ, ਗ੍ਰੇਸ ਦੇ ਰਾਹੀਂ ਅਸੀਂ ਬਚਾਏ ਗਏ, ਕਿਰਪਾ ਦੇ ਰਾਹੀਂ ਅਸੀਂ ਬਚਾਏ ਗਏ। ਕਿਰਪਾ ਕੀ ਹੈ, ਉਸ ਦੇ ਲਈ ਸਾਨੂੰ ਇੱਕ ਹੋਰ ਚੀਜ਼ ਦੇਖਣੀ ਪੈਣੀ ਹੈ, ਉਹ ਹੈ ਨਿਆਏ। ਕਿਰਪਾ ਅਤੇ ਨਿਆਏ ਕੀ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਜੇ ਕੋਈ ਅਪਰਾਧ ਕਰਦਾ ਹੈ ਅਤੇ ਉਸ ਨੂੰ ਜੱਜ ਦੇ ਮੂਹਰੇ ਲੈ ਕੇ ਜਾਂਦੇ ਹਨ ਲੋਕ, ਅਤੇ ਉਸ ਦਾ ਨਿਆਏ ਕੀਤਾ ਜਾਂਦਾ ਹੈ। ਅਤੇ ਉਹ ਜੱਜ ਉਹ ਕਾਨੂੰਨ ਤੋੜਨ ਦੀ ਗੱਲ ਉੱਤੇ, ਉਹ ਗੁਨਾਹ ਦੇ ਆਧਾਰ 'ਤੇ ਉਹ ਸਜ਼ਾ ਸੁਣਾਉਂਦਾ ਹੈ। ਅਤੇ ਜੇ ਅਸੀਂ ਦੇਖੀਏ ਬਾਈਬਲ, ਅਤੇ ਅਸੀਂ ਆਪਣੀ ਜ਼ਿੰਦਗੀ ਵੱਲ ਦੇਖੀਏ ਕਿ ਕਿਵੇਂ ਅਸੀਂ ਪਾਪੀ ਸੀ ਅਤੇ ਸਾਡੇ ਉੱਤੇ ਵੀ ਨਿਆਏ ਦਾ ਹੁਕਮ ਸੀ, ਅਤੇ ਅਸੀਂ ਮੌਤ ਦੇ ਮੂੰਹ 'ਚ ਫਸੇ ਹੋਏ ਸੀ, ਅਤੇ ਅਸੀਂ ਨਰਕ ਵੱਲ ਜਾ ਰਹੇ ਸੀ। ਪਰ ਖੁਦਾਵੰਦ ਨੇ ਸਾਡੇ ਉੱਤੇ ਕਿਰਪਾ ਕੀਤੀ। ਜੋ ਨਿਆਏ ਸਾਡੇ ਲਈ ਰੱਖਿਆ ਹੋਇਆ ਸੀ ਉਹ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਉੱਤੇ ਲੈ ਲਿਆ। ਜੋ ਸਜ਼ਾ ਸਾਡੇ ਲਈ ਰੱਖੀ ਹੋਈ ਸੀ ਖੁਦਾਵੰਦ ਨੇ, ਉਹ ਪ੍ਰਭੂ ਯਿਸੂ ਮਸੀਹ ਦੇ ਉੱਤੇ ਡੋਲ ਦਿੱਤੀ ਗਈ। ਅਤੇ ਪ੍ਰਭੂ ਯਿਸੂ ਮਸੀਹ ਨੂੰ ਉਸਦੇ ਪਿਤਾ ਨੇ ਨਕਾਰ ਦਿੱਤਾ ਉਸ ਦਿਨ, ਪਰ ਤੀਜੇ ਦਿਨ ਯਿਸੂ ਮਸੀਹ ਜ਼ਿੰਦਾ ਹੋ ਗਿਆ, ਅਤੇ ਉਸਨੇ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਕੀਤਾ ਅਤੇ ਸਾਡੇ ਲਈ ਉਹ ਚੀਜ਼ ਖਰੀਦ ਲਈ ਜੋ ਅਸੀਂ ਕਦੀ ਵੀ ਨਹੀਂ ਸੀ ਖਰੀਦ ਸਕਦੇ। ਸਾਡੇ ਉੱਤੇ ਕਿਰਪਾ ਹੋ ਗਈ ਅਤੇ ਸਾਨੂੰ ਸਦੀਵਕ ਜੀਵਨ ਮਿਲ ਗਿਆ। ਅੱਜ ਇਹ ਸਵਾਲ ਹੈ ਕਿ ਅਸੀਂ ਕਿਵੇਂ ਬਚਾਏ ਗਏ। ਅਸੀਂ ਕਿਰਪਾ ਦੇ ਰਾਹੀਂ ਬਚਾਏ ਗਏ। ਅਤੇ ਕਿਰਪਾ ਕੀ ਹੈ? ਕਿਰਪਾ ਉਹ ਇੱਕ ਪਿਆਰ ਹੈ। ਕਿਰਪਾ ਉਹ ਇੱਕ ਕੰਮ ਹੈ ਜੋ ਕਿ ਯਿਸੂ ਮਸੀਹ ਨੇ ਸਾਡੇ ਲਈ ਕਰ ਦਿੱਤਾ। ਅਸੀਂ ਉਹ ਕੰਮ ਅਸੀਂ ਆਪਣੇ ਆਪ ਲਈ ਨਹੀਂ ਸੀ ਕਰ ਸਕਦੇ। ਅਸੀਂ ਪਾਪਾਂ 'ਚ ਫਸੇ ਸੀ ਅਤੇ ਪਾਪਾਂ ਵਿੱਚ ਹੀ ਮਰ ਜਾਣਾ ਸੀ, ਪਰ ਪ੍ਰਭੂ ਨੇ ਆਪਣੇ ਪੁੱਤਰ ਨੂੰ ਇਸ ਸੰਸਾਰ 'ਚ ਘੱਲਿਆ ਅਤੇ ਉਹ ਨੇ ਸਾਡੇ ਪਾਪਾਂ ਦਾ ਕੀ ਪ੍ਰਾਸ਼ਚਿਤ ਕਰ ਦਿੱਤਾ। ਅਤੇ ਹੁਣ ਅਸੀਂ ਸਵਰਗ ਦੇ ਰਾਜ ਵਿੱਚ ਅਪਣਾਏ ਗਏ, ਨਾ ਆਪਣੇ ਕੰਮਾਂ ਦੇ ਕਰਕੇ ਨਹੀਂ, ਬਲਕਿ ਪ੍ਰਭੂ ਯਿਸੂ ਮਸੀਹ ਦੇ ਕੰਮਾਂ ਕਰਕੇ। ਅਤੇ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਕੀਤਾ ਅਤੇ ਸਾਨੂੰ ਆਪਣੇ ਕੰਮਾਂ ਨਾਲ ਖਰੀਦ ਲਿਆ, ਚੰਗੇ ਕੰਮਾਂ ਨਾਲ ਜੋ ਕਿ ਉਸਨੇ ਇਸ ਧਰਤੀ ਉੱਤੇ ਕੀਤੇ। ਇੱਕ ਵੀ ਪਾਪ ਨਹੀਂ ਯਿਸੂ ਮਸੀਹ ਨੇ ਕੀਤਾ। ਉਸ ਦੇ ਕੰਮਾਂ ਰਾਹੀਂ ਹੁਣ ਅਸੀਂ ਕਿਰਪਾ
ਹਾਸਿਲ ਕਰ ਲਈ। ਕਿਰਪਾ ਸਾਡੇ ਅਕਾਊਂਟ ਵਿੱਚ ਆ ਗਈ। ਸਾਡੇ ਅਕਾਊਂਟ ਵਿੱਚ ਪਾਪ ਸੀ, ਹੁਣ ਸਾਡੇ ਅਕਾਊਂਟ ਵਿੱਚ ਕੀ ਕਿਰਪਾ ਆ ਗਈ। ਪਾਪਾਂ ਉੱਤੇ ਸਜ਼ਾ ਹੈ, ਕਿਰਪਾ ਉੱਤੇ ਸਜ਼ਾ ਨਹੀਂ ਹੈ। ਪਾਪਾਂ ਦੇ ਕਰਕੇ ਲੋਕ ਨਰਕ 'ਚ ਜਾਂਦੇ ਹਨ, ਪਰ ਕਿਰਪਾ ਕਰਕੇ ਲੋਕ ਹੁਣ ਸਵਰਗ ਵਿੱਚ ਜਾਂਦੇ ਹਨ। ਅਤੇ ਇਹ ਕੰਮ ਕਿਸ ਨੇ ਕੀਤਾ? ਇਹ ਕੰਮ ਨਾ ਤਾਂ ਤੁਸੀਂ ਕੀਤਾ ਅਤੇ ਨਾ ਮੈਂ ਕੀਤਾ। ਇਹ ਕੰਮ ਯਿਸੂ ਮਸੀਹ ਨੇ ਕਰ ਦਿੱਤਾ ਸਾਡੇ ਲਈ। ਅਤੇ ਅਸੀਂ ਦੇਖਿਆ ਕਿ ਕਿਵੇਂ ਉਸਨੇ ਆਪਣੇ ਪ੍ਰੇਮ ਦੇ ਰਾਹੀਂ ਸਾਨੂੰ ਬਚਾ ਲਿਆ। ਇਹ ਤੁਸੀਂ ਆਪਣੇ ਚੰਗੇ ਕੰਮਾਂ ਕਰਕੇ ਨਹੀਂ ਖਰੀਦਿਆ। ਕਿਰਪਾ ਤੁਹਾਡੇ ਉੱਤੇ ਹੋਈ ਕਿਉਂਕਿ ਪ੍ਰਭੂ ਨੇ ਤੁਹਾਡੇ ਉੱਤੇ ਕਿਰਪਾ ਕੀਤੀ। ਉਹਦਾ ਦਿਲ ਵਿੱਚ ਮਾਫੀ ਆ ਗਈ ਤੁਹਾਡੇ ਲਈ। ਅਤੇ ਇਹ ਕਿਰਪਾ ਨੂੰ ਅਸੀਂ ਕਿਵੇਂ ਲੈਂਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਦੇ ਹਾਂ ਇਹ ਕਿਰਪਾ ਨੂੰ? ਇਹ ਕਿਰਪਾ ਅਸੀਂ ਵਿਸ਼ਵਾਸ ਦੇ ਨਾਲ ਗ੍ਰਹਿਣ ਕਰਦੇ ਹਾਂ। ਅਤੇ ਇਸ ਲਈ ਪੌਲੁਸ ਕਹਿੰਦਾ ਹੈ, ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ। ਇਹ ਤੁਹਾਡੇ ਵੱਲੋਂ ਨਹੀਂ, ਇਹ ਪਰਮੇਸ਼ਵਰ ਦੀ ਬਖਸ਼ੀਸ਼ ਹੈ। ਅਤੇ ਫਿਰ 9ਵੀਂ ਆਇਤ 'ਚ ਪੜ੍ਹਦੇ ਹਾਂ ਵੀ ਇਹ ਤੁਹਾਡੀ ਕਾਰਨੀਆਂ ਕਰਕੇ ਨਹੀਂ ਹੈ ਭਈ ਕੋਈ ਘਮੰਡ ਕਰੇ। ਪ੍ਰਭੂ ਦੀ ਕਿਰਪਾ ਅਸੀਂ ਉਦੋਂ ਹਾਸਿਲ ਕਰਦੇ ਹਾਂ ਜਦੋਂ ਸਾਨੂੰ ਵਿਸ਼ਵਾਸ ਹੁੰਦਾ ਹੈ ਯਿਸੂ ਮਸੀਹ 'ਤੇ। ਅਸੀਂ ਰੋਮੀਆਂ ਦੇ ਖੱਤ 'ਚ ਫਿਰ ਪੜ੍ਹਦੇ ਹਾਂ, ਉਸ ਦਾ 10ਵਾਂ ਅਧਿਆਇ ਉਸਦੀ 9ਵੀਂ ਆਇਤ ਵੀ ਜੇ ਤੂੰ ਆਪਣੇ ਮੂੰਹ ਨਾਲ ਆਪਣੇ ਮੂੰਹ ਨਾਲ ਤੌਬਾ ਕਰੇ ਅਤੇ ਆਪਣੇ ਦਿਲ ਵਿੱਚ ਇਕਰਾਰ ਕਰੇ ਕਿ ਯਿਸੂ ਮਸੀਹ ਹੀ ਪਰਮੇਸ਼ਵਰ ਹੈ ਅਤੇ ਯਿਸੂ ਮਸੀਹ ਮੁਰਦਿਆਂ ਤੋਂ ਜ਼ਿੰਦਾ ਹੋ ਗਿਆ, ਤੁਸੀਂ ਕੀ ਬਚਾਏ ਜਾਓਗੇ। ਅਤੇ ਅਸੀਂ ਪੜ੍ਹਦੇ ਹਾਂ ਰੋਮੀਆਂ ਦਾ ਖੱਤ, ਉਸ ਦਾ 10ਵਾਂ ਅਧਿਆਇ ਅਤੇ ਉਸਦੀ 9ਵੀਂ ਆਇਤ ਵੀ ਜੋ ਕੋਈ ਯਿਸੂ ਮਸੀਹ ਨੂੰ ਪੁਕਾਰਦਾ ਹੈ ਉਹ ਬਚਾਇਆ ਜਾਂਦਾ ਹੈ। ਜੋ ਕੋਈ ਯਿਸੂ ਮਸੀਹ ਦੇ ਕੋਲ ਆਉਂਦਾ ਹੈ, ਉਹ ਆਪਣੇ ਪਾਪਾਂ ਤੋਂ ਤੌਬਾ ਕਰਦਾ ਹੈ ਅਤੇ ਉਹ ਪ੍ਰਭੂ ਯਿਸੂ ਮਸੀਹ ਦੇ ਵਿਸ਼ਵਾਸ ਲਿਆਉਂਦਾ ਹੈ, ਉਹ ਕੀ ਬਚਾਇਆ ਜਾਂਦਾ ਹੈ। ਅਤੇ ਜਦੋਂ ਤੁਸੀਂ ਬਚਾਏ ਗਏ, ਤੁਹਾਡੇ ਉੱਤੇ ਕਿਰਪਾ ਜ਼ਾਹਰ ਹੋ ਗਈ। ਅਤੇ ਜੋ ਨਿਹਚਾ ਕਰਨਾ ਅਤੇ ਕਿਰਪਾ ਨੂੰ ਗ੍ਰਹਿਣ ਕਰਨਾ, ਇਹ ਸਾਈਡ ਬਾਏ ਸਾਈਡ ਹੀ ਹੁੰਦਾ ਹੈ। ਜਿਵੇਂ ਕਿ ਇਹ ਦੋਨੋਂ ਗੱਲਾਂ ਇਕੱਠੀਆਂ ਹੁੰਦੀਆਂ, ਜੋ ਇੱਕ ਤਰ੍ਹਾਂ ਜਿਵੇਂ ਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਸਾਡਾ ਜੋ ਨਿਹਚਾ ਹੈ ਮਸੀਹ, ਅਤੇ ਉਹਦੇ ਵੀ ਦੋ ਪਹਿਲੂ ਹਨ, ਕਿਰਪਾ ਅਤੇ ਵਿਸ਼ਵਾਸ। ਅਤੇ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੁੰਦੀਆਂ ਹਨ। ਕਿਰਪਾ, ਵਿਸ਼ਵਾਸ, ਤੌਬਾ। ਜਦੋਂ ਖੁਦਾਵੰਦ ਸਾਡੀਆਂ ਅੱਖਾਂ ਖੋਲ੍ਹ ਦਿੰਦਾ ਹੈ, ਸਾਨੂੰ ਆਪਣੇ ਪਾਪਾਂ ਦਾ ਪਤਾ ਲੱਗ ਜਾਂਦਾ ਹੈ, ਅਸੀਂ ਪਾਪਾਂ ਤੋਂ ਮਾਫੀ ਮੰਗਦੇ ਹਾਂ, ਸਾਡੀ ਜ਼ਿੰਦਗੀ ਵਿੱਚ ਕੀ ਵਿਸ਼ਵਾਸ ਆ ਜਾਂਦਾ ਹੈ ਅਤੇ ਉਸੇ ਟਾਈਮ ਸਾਡੇ ਉੱਤੇ ਕੀ ਕਿਰਪਾ ਹੋ ਜਾਂਦੀ ਹੈ ਅਤੇ ਅਸੀਂ ਮਸੀਹ ਦੇ ਨਾਲ ਜੁੜ ਜਾਂਦੇ ਹਾਂ। ਸਾਨੂੰ ਮਾਫੀ ਮਿਲ ਜਾਂਦੀ ਹੈ ਅਤੇ ਅਸੀਂ ਨਵੇਂ ਨਿਰੋਏ ਕੀਤੇ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਬਚਾਏ ਜਾਂਦੇ ਹਾਂ। ਅਤੇ ਇਸ ਦੇ ਵਿੱਚ ਨਾ ਤਾਂ ਤੁਹਾਡੇ ਕੰਮ ਹਨ, ਨਾ ਤਾਂ ਮੇਰੇ ਕੰਮ ਹਨ। ਸਾਡੀ ਜੋ ਮੁਕਤੀ ਹੈ ਉਸ ਦੇ ਵਿੱਚ ਸਾਡੇ ਕੰਮ ਨਹੀਂ ਹਨ। ਸਾਡੀ ਮੁਕਤੀ ਦੇ ਜੋ ਕੰਮ ਹੈ ਉਹ ਯਿਸੂ ਮਸੀਹ ਦੇ ਵੱਲੋਂ ਆਉਂਦੇ ਹਨ। ਯਿਸੂ ਮਸੀਹ ਨੇ ਜੋ ਕੰਮ ਇਸ ਸੰਸਾਰ 'ਚ ਕੀਤੇ, ਉਹ ਸਾਡੇ ਮੁਕਤੀ ਦਾ ਸਾਧਨ ਬਣ ਗਏ। ਇਸ ਕਰਕੇ ਤੁਸੀਂ ਆਪਣੇ ਕੰਮਾਂ ਤੋਂ ਨਹੀਂ ਬਚਾਏ ਜਾਂਦੇ। ਹੁਣ ਅੱਜ ਦੇਖਦੇ ਹਾਂ ਅਸੀਂ ਆਪਣੇ ਆਲੇ ਦੁਆਲੇ ਕਿੰਨੇ ਲੋਕ ਹਨ, ਕਿੰਨੇ ਲੋਕਾਂ ਨੂੰ ਅਸੀਂ ਜਾਣਦੇ ਹਨ, ਉਹ ਮੁਕਤੀ ਪਾਉਣ ਲਈ ਕੀ ਕੁਛ ਨਹੀਂ ਕਰਦੇ। ਪਹਾੜਾਂ 'ਤੇ ਜਾਂਦੇ ਹਨ, ਨਦੀਆਂ ਪਾਰ ਕਰਦੇ ਹਨ, ਇਹ ਲੱਭਣ ਲਈ ਕਿ ਸ਼ਾਇਦ ਉਹਨਾਂ ਨੂੰ ਕੀ ਪਰਮੇਸ਼ਵਰ ਮੁਕਤ ਕਰ ਦੇਵੇ ਇਸ ਜੀਵਨ ਦੇ ਪਾਪਾਂ ਤੋਂ। ਪਰਮੇਸ਼ਵਰ ਕਹਿੰਦਾ ਹੈ, ਦੁਨੀਆ ਦਾ ਨਿਆਂ ਕਰਨ ਵਾਲਾ ਕਹਿੰਦਾ ਹੈ ਅਤੇ ਦੁਨੀਆ ਦਾ ਰਚਨਹਾਰ ਕਹਿੰਦਾ ਹੈ ਕਿ ਜੇ ਕੋਈ ਮੇਰੇ ਪੁੱਤਰ ਨੂੰ ਅਪਣਾਉਂਦਾ ਹੈ ਉਸਦੇ ਪਾਪ ਮਾਫ ਹੋ ਗਏ। ਚਾਹੇ ਉਹ ਹੌਸਪੀਟਲ ਦੇ ਬੈੱਡ 'ਤੇ ਹੈ, ਚਾਹੇ ਉਹ ਆਪਣੇ ਆਫਿਸ ਦੇ ਵਿੱਚ ਹੈ, ਚਾਹੇ ਉਹ ਕਿਸੇ ਪਿੰਡ ਵਿੱਚ ਹੈ ਜਾਂ ਕਿਸੇ ਸ਼ਹਿਰ ਦੇ ਵਿੱਚ ਹੈ, ਚਾਹੇ ਉਹ ਬਾਹਰ ਹੈ ਚਾਹੇ ਅੰਦਰ ਹੈ, ਜੇ ਉਹ ਯਿਸੂ ਮਸੀਹ 'ਤੇ ਵਿਸ਼ਵਾਸ ਕਰਦਾ ਹੈ, ਉਸੇ ਟਾਈਮ ਉਸ ਨੂੰ ਮਾਫੀ ਮਿਲ ਗਈ ਅਤੇ ਉਸੇ ਟਾਈਮ ਉਸ ਉੱਤੇ ਕੀ ਕਿਰਪਾ ਹੋ ਗਈ। ਅਤੇ ਇਹਦੇ ਵਿੱਚ ਕੰਮਾਂ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਹੈ। ਅਤੇ ਅਸੀਂ ਦੇਖਦੇ ਹਾਂ ਕਈ ਲੋਕ ਚਰਚਾਂ ਦੇ ਵਿੱਚ ਵੀ ਸ਼ਾਇਦ ਇਹ ਗੱਲ ਨੂੰ ਸਮਝਦੇ ਨਹੀਂ ਹੈ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਸੇਵਕਾਈ ਕਰਦੇ ਹਨ, ਉਹ ਚਰਚ ਆ ਕੇ ਸਫਾਈ ਕਰਦੇ ਹਨ ਜਾਂ ਚਾਹ ਪਾਣੀ ਲੋਕਾਂ ਨੂੰ ਖਿਲਾਉਂਦੇ ਹਨ ਜਾਂ ਬਾਹਰ ਜਾ ਕੇ ਪ੍ਰਚਾਰ ਕਰਦੇ ਹਨ, ਸ਼ਾਇਦ ਇਹਨਾਂ ਕਰਕੇ ਉਹ ਬਚਾਏ ਜਾਂਦੇ ਹਨ। ਨਹੀਂ, ਅਸੀਂ ਬਚਾਏ ਗਏ ਪ੍ਰਭੂ ਯਿਸੂ ਮਸੀਹ ਦੇ ਕੰਮਾਂ ਕਰਕੇ। ਅਤੇ ਅਸੀਂ ਇਹ ਕਿਰਪਾ ਕਿਵੇਂ ਗ੍ਰਹਿਣ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ? ਨੇਚਰ ਦੇ ਰਾਹੀਂ। ਇਹ ਦੂਜੀ ਗੱਲ ਇਹ ਸੀ ਕਿ ਅਸੀਂ ਨੇਚਰ ਦੇ ਰਾਹੀਂ ਪ੍ਰਭੂ ਦੀ ਕਿਰਪਾ ਨੂੰ ਹਾਸਿਲ ਕੀਤਾ। ਇਹ ਤਾਂ ਹੋ ਗਈਆਂ ਪਹਿਲੀਆਂ ਦੋ ਗੱਲਾਂ, ਕਿਰਪਾ ਅਤੇ ਨੇਚਾ। ਤੀਜੀ ਗੱਲ ਇਹ ਹੈ ਕਿ ਅਸੀਂ ਕਿਉਂ ਬਚਾਏ ਗਏ। ਪਹਿਲੀ ਗੱਲ ਅਸੀਂ ਕਿਉਂ ਬਚਾਏ ਗਏ ਹੈ ਕਿਉਂਕਿ ਪਹਿਲੀ ਗੱਲ ਅਸੀਂ ਕਿਉਂ ਬਚਾਏ ਗਏ ਉਹ ਇਹ ਹੈ ਕਿ ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਉਹਦੇ ਨਾਲ ਰਹੋ ਅਤੇ ਉਸ ਦੀ ਮਹਿਮਾ ਨੂੰ ਜਾਣੋ ਅਤੇ ਉਸ ਦੀ ਮਹਿਮਾ ਨੂੰ ਅਪਣਾਓ
ਅਤੇ ਖੁਦਾਵੰਦ ਦੇ ਨਾਮ ਨੂੰ ਕੀ ਮਹਿਮਾ ਦਿਓ ਇਸ ਦੁਨੀਆ ਦੇ ਵਿੱਚ। ਅਤੇ ਹੁਣ ਅਸੀਂ ਮਹਿਮਾ ਕਿਵੇਂ ਦਿੰਦੇ ਹਾਂ? ਆਪਣੇ ਚੰਗੇ ਕੰਮਾਂ ਕਰਕੇ। ਪ੍ਰਭੂ ਯਿਸੂ ਮਸੀਹ ਦੇ ਲਈ ਅਸੀਂ ਬਚਾਏ ਗਏ ਤਾਂ ਕਿ ਉਸਦੇ ਨਾਮ ਨੂੰ ਮਹਿਮਾ ਮਿਲੇ। ਅਤੇ ਦੂਜੀ ਗੱਲ ਇਹ ਹੈ ਕਿ ਅਸੀਂ ਉਸਦੀ ਉਹ ਜੀਵਨ ਨੂੰ ਆਪਣੀ ਅਤੇ ਦੂਜੀ ਗੱਲ ਇਹ ਹੈ ਕਿ ਅਸੀਂ ਉਹ ਜੀਵਨ ਨੂੰ ਅਪਣਾਈਏ ਜੋ ਕਿ ਖੁਦਾਵੰਦ ਨੇ ਸਾਡੇ ਲਈ ਤਿਆਰ ਕੀਤਾ ਹੈ। ਖੁਸ਼ਹਾਲੀ ਵਾਲਾ ਜੀਵਨ, ਖੁਸ਼ੀ, ਆਨੰਦ, ਸ਼ਾਂਤੀ, ਜੋ ਕਿ ਪ੍ਰਭੂ ਚਾਹੁੰਦਾ ਹੈ ਉਹਨਾਂ ਦੇ ਲੋਕਾਂ ਦੇ ਕੋਲ ਆਵੇ। ਪਰ ਇਹ ਗੱਲਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਗੱਲਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਵਿਸ਼ਵਾਸ ਦੇ ਰਾਹੀਂ ਬਚਾਏ ਗਏ, ਨਾ ਕਿ ਆਪਣੇ ਕੰਮਾਂ ਦੇ ਰਾਹੀਂ। ਜਦੋਂ ਤੁਸੀਂ ਵਿਸ਼ਵਾਸ ਕੀਤਾ ਪ੍ਰਭੂ 'ਤੇ, ਤੁਹਾਡੇ 'ਤੇ ਕਿਰਪਾ ਹੋ ਗਈ। ਅਤੇ ਜੋ ਵਿਸ਼ਵਾਸ ਹੈ, ਨੇਚਾ ਹੈ, ਇਹ ਵੀ ਪ੍ਰਭੂ ਦਾ ਤੋਹਫਾ ਹੈ ਤੁਹਾਡੇ ਲਈ। ਅਤੇ ਅਸੀਂ ਪੜ੍ਹਦੇ ਹਾਂ 10ਵੀਂ ਆਇਤ ਵਿੱਚ ਕਿ ਨੌਵੀਂ ਆਇਤ 'ਚ ਪੜ੍ਹਦੇ ਹਾਂ, ਇਹ ਕਹਾਣੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘਮੰਡ ਕਰੇ। ਜਿਵੇਂ ਮੈਂ ਕਿਹਾ ਕਿ ਚਰਚ ਦੇ ਵਿੱਚ ਕਈ ਵਾਰੀ ਇੱਦਾਂ ਹੋ ਜਾਂਦਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਚੰਗੇ ਕੰਮ ਕਰ ਰਹੇ ਹਨ, ਅਤੇ ਕਿਉਂਕਿ ਉਹਨਾਂ ਦੀ ਲੋਕ ਵਾਹਵਾਹੀ ਕਰਦੇ ਹਨ ਚਰਚਾਂ ਦੇ ਵਿੱਚ, ਅਤੇ ਸ਼ਾਇਦ ਇਸ ਕਰਕੇ ਉਹ ਬਚੇ ਹੋਏ ਹਨ। ਅਸੀਂ ਚਰਚ ਵਿੱਚ ਸੇਵਕਾਈ ਇਸ ਕਰਕੇ ਨਹੀਂ ਕਰਦੇ ਕਿ ਕੋਈ ਸਾਨੂੰ ਵਾਹਵਾਹੀ ਦੇਵੇ ਅਤੇ ਕੋਈ ਲੋਕ ਸਾਨੂੰ ਆ ਕੇ ਕਹਿਣ ਤੇ ਕਿ ਤੁਸੀਂ ਕਿੰਨੇ ਮਹਾਨ ਹੋ, ਕਿੰਨੇ ਵਧੀਆ ਇਨਸਾਨ ਹੋ। ਪਰ ਪ੍ਰਭੂ ਇਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਕੰਮਾਂ ਤੋਂ ਆਨੰਦ ਨਾ ਲਓ, ਪਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਨੰਦਿਤ ਰਹੋ। ਅਤੇ ਫਿਰ ਜੇ ਪ੍ਰਭੂ ਕਹਿੰਦਾ ਹੈ ਤੁਹਾਨੂੰ ਚੰਗੇ ਕੰਮ ਕਰੋ, ਅਤੇ ਕਰੋ ਚੰਗੇ ਕੰਮ, ਸੇਵਕਾਈ ਕਰੋ, ਚਰਚ ਵਿੱਚ ਆਓ, ਚਰਚ ਟਾਈਮ ਸਿਰ ਆਵੋ, ਲੋਕਾਂ ਨਾਲ ਸੰਗਤ ਕਰੋ, ਲੋਕਾਂ ਦੀ ਸੇਵਕਾਈ ਕਰੋ, ਪ੍ਰਭੂ ਦੀ ਸੇਵਕਾਈ ਕਰੋ। ਪ੍ਰਭੂ ਚਾਹੁੰਦਾ ਹੈ ਤੁਸੀਂ ਇਹ ਕੰਮ ਕਰੋ, ਪਰ ਤੁਸੀਂ ਇਸ ਕੰਮਾਂ ਕਰਕੇ ਨਹੀਂ ਬਚਾਏ ਗਏ, ਤੁਸੀਂ ਇਹਨਾਂ ਕੰਮਾਂ ਲਈ ਬਚਾਏ ਗਏ। ਇਹ ਡਿਫਰੈਂਸ ਆ। ਤੁਸੀਂ ਆਪਣੇ ਚੰਗੇ ਕੰਮਾਂ ਕਰਕੇ ਨਹੀਂ ਬਚਾਏ ਜਾਂਦੇ, ਪਰ ਤੁਸੀਂ ਚੰਗੇ ਕੰਮਾਂ ਲਈ ਬਚਾਏ ਗਏ। ਇਹ ਬਹੁਤ ਹੀ ਇੱਕ ਸਾਨੂੰ ਸਮਝਣ ਦੀ ਗੱਲ ਹੈ ਜੋ ਮੈਂ ਕਹਿ ਰਿਹਾ ਹਾਂ, ਜੋ ਕਿ ਅਸੀਂ ਬਾਈਬਲ 'ਚ ਪੜ੍ਹਦੇ ਹਾਂ। ਤੁਸੀਂ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨਾਲ ਬਚਾਏ ਗਏ ਤਾਂ ਕਿ ਤੁਸੀਂ ਚੰਗੇ ਕੰਮ ਕਰ ਸਕੋ ਜੋ ਕਿ ਪਰਮੇਸ਼ਰ ਨੂੰ ਹੁਣ ਮਹਿਮਾ ਦਿੰਦੇ ਹਨ। ਪਰ ਦੁਨੀਆ ਕੀ ਕਹਿੰਦੀ ਹੈ? ਦੁਨੀਆ ਦੇ ਧਰਮ ਕਹਿੰਦੇ ਹਨ ਚੰਗੇ ਕੰਮ ਕਰੋ, ਚੰਗੇ ਕੰਮ ਕਰੋ, ਦਾਨ ਪੁੰਨ ਕਰੋ, ਤਾਂ ਕਿ ਸ਼ਾਇਦ ਤੁਹਾਨੂੰ ਨਵੀਂ ਜ਼ਿੰਦਗੀ ਮਿਲ ਜਾਵੇ, ਤੁਹਾਡਾ ਇੱਕ ਨਵਾਂ ਜੀਵਨ ਹੋ ਜਾਵੇ, ਸ਼ਾਇਦ ਤੁਹਾਨੂੰ ਮਾਫੀ ਮਿਲ ਜਾਵੇ, ਸ਼ਾਇਦ ਤੁਹਾਡੇ ਪੁਰਾਣੇ ਜੀਵਨ, ਜਿਵੇਂ ਕਿ ਕਹਿੰਦੇ ਲੋਕ, ਤੁਹਾਡੇ ਸਾਰੇ ਕੰਮ ਬਦਲ ਜਾਣ। ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਵੋ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਵੋ ਆਪਣੇ ਆਪ ਨੂੰ ਸਾਫ਼ ਕਰਨ ਲਈ, ਤੁਸੀਂ ਆਪਣੇ ਆਪ ਨੂੰ ਸਾਫ਼ ਨਹੀਂ ਕਰ ਸਕਦੇ। ਕੋਈ ਇਨਸਾਨ ਸੋਚਦਾ ਹੈ ਕਿ ਮੇਰੇ ਕੋਲ ਕਿੰਨੇ ਗਲਤ ਕੰਮ ਹੋ ਗਏ ਹਨ, ਅਤੇ ਹੁਣ ਜੇ ਮੈਂ ਚੰਗੇ ਕੰਮ ਕਰ ਲਵਾਂ ਸ਼ਾਇਦ ਉਹ ਤਕੜੀ ਦਾ ਤਰਾਜੂ ਥੋੜ੍ਹਾ ਜਿਹਾ ਸਹੀ ਹੋ ਜਾਵੇ, ਮੇਰੇ ਚੰਗੇ ਕੰਮ ਮਾੜੇ ਕੰਮਾਂ ਤੋਂ ਭਾਰੇ ਹੋ ਜਾਣ, ਇਸ ਲਈ ਮੈਂ ਬਚਾਇਆ ਜਾਵਾਂਗਾ। ਕਿੰਨੀ ਵਾਰ ਅਸੀਂ ਦੇਖਦੇ ਹਾਂ, ਅਸੀਂ ਇਸ ਤਰ੍ਹਾਂ ਨਹੀਂ ਬਚਾਏ ਜਾਂਦੇ। ਅਸੀਂ ਯਿਸੂ ਮਸੀਹ ਦੀ ਕਿਰਪਾ ਦੇ ਨਾਲ ਰਾਹੀਂ ਬਚਾਏ ਗਏ, ਅਤੇ ਯਿਸੂ ਮਸੀਹ ਦੇ ਚੰਗੇ ਕੰਮਾਂ ਨੇ ਸਾਡੇ ਮਾੜੇ ਕੰਮਾਂ ਨੂੰ ਕੀ ਪਰੇ ਕਰ ਦਿੱਤਾ। ਯਿਸੂ ਮਸੀਹ ਦੇ ਕੰਮ ਹਨ ਜੋ ਸਾਨੂੰ ਬਚਾਉਂਦੇ ਹਨ। ਇਹ ਕਿਰਪਾ ਹੋ ਗਈ। ਅਸੀਂ ਆਪਣੇ ਕੰਮਾਂ ਦੇ ਕਰਕੇ ਨਹੀਂ ਬਚਾਏ ਗਏ, ਪਰ ਅਸੀਂ ਬਚਾਏ ਗਏ ਇਸ ਕਰਕੇ ਕਿ ਸਾਡੇ ਕੰਮ ਚੰਗੇ ਹੋ ਜਾਣ। ਪ੍ਰਭੂ ਦੀ ਕਿਰਪਾ ਨਾਲ ਹੁਣ ਅਸੀਂ ਚੰਗੇ ਕੰਮ ਕਰ ਸਕਦੇ ਹਾਂ। ਅਤੇ ਜੇ ਤੁਸੀਂ ਮਸੀਹ ਵਿੱਚ ਚੱਲਦੇ ਹੋ, ਪ੍ਰਭੂ ਦੀ ਸੇਵਕਾਈ ਕਰੋ, ਪ੍ਰਭੂ ਦੀਆਂ ਉਹ ਗੱਲਾਂ ਕਰੋ ਜੋ ਪ੍ਰਭੂ ਤੁਹਾਨੂੰ ਕਹਿੰਦਾ ਹੈ। ਪ੍ਰਭੂ ਨੇ ਵਚਨ ਵਿੱਚ ਸਾਨੂੰ ਕਿੰਨੀਆਂ ਗੱਲਾਂ ਕਹੀਆਂ ਹਨ ਜੋ ਕਿ ਚੰਗੀਆਂ ਹਨ, ਸਾਨੂੰ ਉਹ ਕਰਨੀਆਂ ਚਾਹੀਦੀਆਂ ਹਨ। ਸਾਨੂੰ ਇੱਕ ਦੂਸਰੇ ਨਾਲ ਪ੍ਰੇਮ ਰੱਖਣਾ ਚਾਹੀਦਾ ਹੈ, ਸਾਨੂੰ ਪ੍ਰਭੂ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਪਣੇ ਇੱਕ ਦੂਜੇ ਨਾਲ ਪ੍ਰੇਮ ਕਰੋ, ਇੱਕ ਦੂਜੇ ਨਾਲ ਸੰਗਤੀ ਰੱਖੋ, ਮਾੜੇ ਕੰਮਾਂ ਤੋਂ ਦੌੜੋ, ਚੰਗੇ ਕੰਮਾਂ ਨੂੰ ਅਪਣਾਵੋ। ਪਰ ਇਹ ਜੋ ਕੰਮ ਹਨ, ਜੋ ਚੰਗੇ ਕੰਮ ਖੁਦਾਵੰਦ ਨੇ ਸਾਨੂੰ ਦਿੱਤੇ ਹਨ, ਖੁਦਾਵੰਦ ਦੀ ਖੁਸ਼ਖਬਰੀ ਨੂੰ ਜਾ ਕੇ ਦੱਸੋ, ਆਪਣੇ ਗੁਆਂਢੀਆਂ ਨੂੰ ਪ੍ਰਭੂ ਦੇ ਬਾਰੇ ਦੱਸੋ, ਆਪਣੇ ਗੁਆਂਢੀਆਂ ਲਈ ਪ੍ਰਾਰਥਨਾ ਕਰੋ, ਆਪਣੇ ਚਰਚ ਦੇ ਲੋਕਾਂ ਲਈ ਪ੍ਰਾਰਥਨਾ ਕਰੋ। ਖੁਦਾਵੰਦ ਤੋਂ ਮੰਗੋ ਕਿ ਉਹ ਤੁਹਾਨੂੰ ਸ਼ਾਂਤੀ ਅਤੇ ਸੰਤੁਸ਼ਟੀ ਦੇਵੇ ਆਪਣੇ ਨਾਂ ਦੇ ਵਿੱਚ।
ਤੇ ਜਦੋਂ ਅਸੀਂ ਇਹ ਕੰਮ ਕਰਦੇ ਹਨ ਉਦੋਂ ਕੀ ਹੁੰਦਾ ਹੈ? ਉਦੋਂ ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲਦੀ ਹੈ। ਕਿਉਂਕਿ ਹੁਣ ਅਸੀਂ ਇਹ ਕੰਮ ਇਸ ਲਈ ਨਹੀਂ ਕਰਦੇ ਕਿ ਸਾਨੂੰ ਮੁਕਤੀ ਮਿਲ ਜਾਵੇ, ਕਿਉਂਕਿ ਮੁਕਤੀ ਤਾਂ ਸਾਡੇ ਕੋਲ ਹੈ, ਪਰ ਮੁਕਤੀ ਦੇ ਕੰਮ ਜਦੋਂ ਅਸੀਂ ਕਰਦੇ ਹਾਂ ਤਾਂ ਪ੍ਰਭੂ ਨੂੰ ਮਹਿਮਾ ਮਿਲਦੀ ਹੈ ਜੋ ਕਿ ਸਾਨੂੰ ਮੁਕਤੀ ਦਿੰਦਾ ਹੈ। ਇਸ ਕਰਕੇ ਅਸੀਂ ਫੇਰ ਪੜ੍ਹਦੇ ਹਾਂ 8ਵੀਂ ਆਇਤ, 9ਵੀਂ ਆਇਤ, 10ਵੀਂ ਆਇਤ। ਮੈਂ ਦੁਬਾਰਾ ਪੜ੍ਹਦਾ ਹਾਂ। ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ਰ ਦੀ ਬਖਸ਼ੀਸ਼ ਹੈ। ਇਹ ਕਹਾਣੀਆਂ ਤੋਂ ਨਹੀਂ, ਅਜਿਹਾ ਨਾ ਹੋਵੇ ਭਈ ਕੋਈ ਘਮੰਡ ਕਰੇ। ਹੁਣ ਚਰਚ ਦੇ ਵਿੱਚ ਸਾਨੂੰ ਘਮੰਡ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਚੰਗੇ ਕੰਮ ਕਰਦੇ ਵੀ ਹੋ, ਵਧੀਆ ਕੰਮ ਕਰਦੇ ਵੀ ਹੋ, ਤੇ ਇਹ ਨਾ ਕਹੋ ਵੀ ਤੁਸੀਂ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਬਿਹਤਰ ਹੋ। ਜੇ ਖੁਦਾਵੰਦ ਨੇ ਤੁਹਾਨੂੰ ਸੇਵਕਾਈ ਦਿੱਤੀ ਹੈ, ਕੋਈ ਗਿਫਟ ਦਿੱਤਾ ਹੈ, ਕੋਈ ਚੰਗਾ ਕੰਮ ਕਰਨ ਦਾ ਇੱਕ ਨਜ਼ਰੀਆ ਦਿੱਤਾ ਹੈ ਅਤੇ ਇੱਕ ਸ਼ਕਤੀ ਦਿੱਤੀ ਹੈ, ਉਹ ਚੀਜ਼ਾਂ ਨੂੰ ਤੁਸੀਂ ਬੇਸ਼ੱਕ ਬਿਲਕੁਲ ਪ੍ਰਭੂ ਦੀ ਸੇਵਕਾਈ 'ਚ ਲਗਾ ਦਿਓ, ਪਰ ਇਹ ਘਮੰਡ ਨਾ ਕਰੋ ਕਿ ਇਹ ਤੁਸੀਂ ਕਰ ਰਹੇ ਹੋ। ਇਹ ਪਵਿੱਤਰ ਆਤਮਾ ਤੁਹਾਡੇ ਵਿੱਚ ਹੋ ਕੇ ਕਰਦਾ ਹੈ ਕੰਮ। ਇਸ ਲਈ ਸਾਨੂੰ ਦੂਜੇ ਲੋਕਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਚਰਚਾਂ ਦੇ ਵਿੱਚ ਕਈ ਵਾਰੀ ਅਸੀਂ ਦੇਖਦੇ ਹਾਂ, ਜੇ ਕੋਈ ਇਨਸਾਨ ਕੋਈ ਗੈਰ ਜਵਾਨ ਨਹੀਂ ਬੋਲਦਾ, ਉਹ ਇਨਸਾਨ 'ਚ ਪਵਿੱਤਰ ਆਤਮਾ ਨਹੀਂ ਹੈ। ਇਹ ਬਾਈਬਲ 'ਚ ਕਿੱਥੇ ਲਿਖਿਆ ਹੈ? ਅਸੀਂ ਇਹ ਗੱਲਾਂ, ਇੱਦਾਂ ਦੀਆਂ ਗੱਲਾਂ ਦੇਖਦੇ ਹਾਂ ਚਰਚਾਂ ਦੇ ਵਿੱਚ। ਲੋਕ ਜੇ ਕੋਈ ਘੱਟ ਦਾਨ ਦਿੰਦੇ ਹਨ, ਉਹਨੇ ਕਿਉਂ ਘੱਟ ਦਾਨ ਦਿੱਤਾ, ਮੈਂ ਜ਼ਿਆਦਾ ਦਾਨ ਦਿੰਦਾ ਹਾਂ। ਮੈਂ ਤਾਂ ਇਹ ਕਹਿੰਦਾ ਹਾਂ ਬ੍ਰਦਰ ਔਰ ਸਿਸਟਰ ਕਿ ਇਹ ਜੋ ਕੁਛ ਵੀ ਤੁਸੀਂ ਕੰਮ ਕਰਦੇ ਹੋ ਪ੍ਰਭੂ ਲਈ, ਉਹ ਤੁਹਾਡਾ ਅਤੇ ਤੁਹਾਡੇ ਪ੍ਰਭੂ ਦੇ ਵਿੱਚ ਹੈ। ਅਤੇ ਇਸ ਕਰਕੇ ਜੇ ਤੁਸੀਂ ਚੰਗੇ ਕੰਮ ਕਰਦੇ ਹੋ ਤਾਂ ਉਹ ਪ੍ਰਭੂ ਲਈ ਕਰਦੇ ਹੋ, ਜੇ ਨਹੀਂ ਕਰਦੇ ਉਹ ਵੀ ਤੁਸੀਂ ਪ੍ਰਭੂ ਲਈ ਕਰਦੇ ਹੋ। ਅੰਤਿਮ ਸਿੱਟਾ ਤਾਂ ਪ੍ਰਭੂ ਜਾਣਦਾ ਹੈ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਘਮੰਡ ਨਾ ਕਰੀਏ, ਬਲਕਿ ਅਸੀਂ ਪ੍ਰਭੂ ਦਾ ਧੰਨਵਾਦ ਕਰੀਏ ਕਿਉਂਕਿ ਅਸੀਂ ਤਾਂ ਬਚਾਉਣ ਦੇ ਲਾਇਕ ਵੀ ਨਹੀਂ ਸੀ। ਸਾਡੇ ਕੰਮ ਇੰਨੇ ਭੈੜੇ ਸਨ ਅੰਧਕਾਰ ਦੇ, ਸਾਡੇ ਜੀਵਨ ਜੋ ਅਸੀਂ ਕਿੰਨਾ ਅੰਧਕਾਰ 'ਚ ਫਸਿਆ ਸੀ, ਪਰ ਪ੍ਰਭੂ ਨੇ ਸਾਡੇ ਉੱਤੇ ਕਿਰਪਾ ਕਰ ਦਿੱਤੀ। ਇਸ ਕਰਕੇ ਕੋਈ ਘਮੰਡ ਨਾ ਕਰੇ। ਇੱਕ ਦੂਸਰੇ ਨੂੰ ਇੱਕ ਦੂਸਰੇ ਨਾਲ ਚੰਗਾ ਵਿਵਹਾਰ ਕਰੋ। ਇਸ ਕਰਕੇ ਅਸੀਂ ਪੜ੍ਹਦੇ ਹਾਂ, ਇਹ ਕਹਾਣੀਆਂ ਤੋਂ ਨਹੀਂ, ਅਜਿਹਾ ਨਾ ਹੋਵੇ ਭਈ ਕੋਈ ਘਮੰਡ ਕਰੇ। ਕਿਉਂ ਜੋ ਅਸੀਂ ਉਹਦੀ ਰਚਨਾ ਹਾਂ, ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ, ਜੋ ਪਰਮੇਸ਼ਵਰ ਨੇ ਅੱਗੇ ਹੀ ਤਿਆਰ ਕੀਤੇ ਸਨ ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ। ਹੁਣ ਇਹ ਜੋ ਕੰਮ ਹਨ, ਪ੍ਰਭੂ ਨੇ ਜਦੋਂ ਸਾਨੂੰ ਬਚਾ ਲਿਆ, ਸਾਡੇ ਕੰਮ ਚੰਗੇ ਹੋ ਗਏ, ਅਤੇ ਇਹ ਕੰਮ ਹੁਣ ਪ੍ਰਭੂ ਨੂੰ ਮਹਿਮਾ ਦਿੰਦੀ ਹੈ। ਅਤੇ ਇਹ ਕੰਮ ਜਿਹੜੇ ਹਨ ਪ੍ਰਭੂ ਨੇ ਪਹਿਲਾਂ ਤੋਂ ਹੀ ਸਾਡੇ ਲਈ ਚੁਣੇ ਸੀ। ਹੁਣ ਮੈਂ ਇਹ ਪ੍ਰਚਾਰ ਕਰ ਰਿਹਾ ਅੱਜ। ਮੈਂ ਤਾਂ ਨਹੀਂ ਸੀ ਚਾਹੁੰਦਾ ਕਿ ਮੈਂ ਪ੍ਰਚਾਰਕ ਬਣਾ। ਜਦੋਂ ਮੈਂ ਮਸੀਹ ਵਿੱਚ ਆਇਆ, ਮੇਰਾ ਕੋਈ ਖਿਆਲ ਨਹੀਂ ਸੀਗਾ ਕਿ ਮੈਂ ਪ੍ਰਚਾਰ ਕਰਾਂ ਜਾਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਲੋਕਾਂ ਨੂੰ ਦੱਸਾਂ। ਪਰ ਹੌਲੀ ਹੌਲੀ ਪ੍ਰਭੂ ਨੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਹ ਗੱਲਾਂ ਜੋ ਤੂੰ ਸਿੱਖ ਰਿਹਾ ਹੈ, ਇਹ ਦੱਸ ਲੋਕਾਂ ਨੂੰ। ਅਤੇ ਖੁਦਾਵੰਦ ਨੇ ਇਹ ਮੇਰੇ ਦਿਲ 'ਚ ਪਾਇਆ ਕਿ ਮੈਂ ਪ੍ਰਚਾਰ ਕਰਨਾ ਸ਼ੁਰੂ ਕਰ ਦੇਵਾਂ। ਮੈਂ ਸੜਕਾਂ 'ਤੇ ਵੀ ਪ੍ਰਚਾਰ ਕੀਤਾ, ਮੈਂ ਕਈ ਜਗ੍ਹਾ 'ਤੇ ਜਾ ਕੇ ਪ੍ਰਚਾਰ ਕੀਤਾ, ਅਤੇ ਖੁਦਾਵੰਦ ਨੇ ਰਾਹ ਖੋਲ੍ਹ ਦਿੱਤਾ ਕਿ ਮੈਂ ਹੁਣ ਪਾਸਟਰ ਬਣ ਗਿਆ ਅਤੇ ਹੁਣ ਮੈਂ ਪ੍ਰਚਾਰ ਕਰਦਾ ਹਾਂ। ਅਤੇ ਮੈਂ ਸ਼ੁਰੂ ਤੋਂ ਨਹੀਂ ਸੀ ਚਾਹੁੰਦਾ ਕਿ ਮੈਂ ਇਹ ਕੰਮ ਕਰਾਂ, ਪਰ ਜਦੋਂ ਅਸੀਂ ਪ੍ਰਭੂ ਦੇ ਲਹੂ ਦੇ ਨਾਲ ਖਰੀਦ ਲਏ ਗਏ, ਫਿਰ ਸਾਡੀ ਮਰਜ਼ੀ ਥੋੜ੍ਹੀ ਹੁੰਦੀ ਹੈ ਪੂਰੀ ਸਾਡੀ ਜ਼ਿੰਦਗੀ 'ਚ, ਪ੍ਰਭੂ ਦੀ ਮਰਜ਼ੀ ਪੂਰੀ ਹੁੰਦੀ ਹੈ। ਅਤੇ ਜੋ ਪ੍ਰਭੂ ਸਾਨੂੰ ਕਹਿੰਦਾ ਉਹ ਸਾਨੂੰ ਕਰਨਾ ਪੈਂਦਾ ਹੈ। ਅਤੇ ਪ੍ਰਭੂ ਸਾਨੂੰ ਕੋਈ ਇੱਕ ਬੁਰੇ ਮਾਲਕ ਵਾਂਗੂ ਨਹੀਂ ਕਹਿੰਦਾ ਵੀ ਤੂੰ ਇਹ ਕਾਰਜ ਜੇ ਨਹੀਂ ਕੀਤਾ ਤਾਂ ਮੈਂ ਤੈਨੂੰ ਸਜ਼ਾ ਦੇ ਦੇਵਾਂਗਾ, ਨਹੀਂ। ਪਰ ਕਿਉਂਕਿ ਪ੍ਰਭੂ ਸਾਡੀ ਜ਼ਿੰਦਗੀ 'ਚ ਕੰਮ ਕਰਦਾ ਹੈ ਅਤੇ ਸਾਨੂੰ ਆਨੰਦ ਮਿਲਦਾ ਹੈ ਜਦੋਂ ਅਸੀਂ ਉਸ ਦੇ ਲਈ ਕੁਛ ਕਰਦੇ ਹਾਂ। ਪਰ ਅਸੀਂ ਇਹ ਉਸ ਦੀ ਮਹਿਮਾ ਲਈ ਕਰਦੇ ਹਾਂ। ਇਹ ਪ੍ਰਚਾਰ ਜੋ ਮੈਂ ਕਰ ਰਿਹਾ ਹਾਂ ਜਾਂ ਕੋਈ ਹੋਰ ਕੰਮ ਕਰਦਾ ਹਾਂ ਚਰਚ ਦੇ ਵਿੱਚ, ਇਹ ਮੈਂ ਆਪਣੀ ਮਹਿਮਾ ਲਈ ਨਹੀਂ ਕਰਦਾ, ਇਹ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਲਈ ਕਰਦਾ ਹਾਂ। ਅਤੇ ਤੁਸੀਂ ਵੀ ਜਦੋਂ ਕੋਈ ਸੇਵਕਾਈ ਕਰਦੇ ਹੋ, ਕੋਈ ਚੰਗਾ ਕੰਮ ਕਰਦੇ ਹੋ, ਤੁਸੀਂ ਪ੍ਰਭੂ ਦੀ ਮਹਿਮਾ ਲਈ ਕਰਦੇ ਹੋ। ਅਤੇ ਪ੍ਰਭੂ ਉਹਨਾਂ ਕੰਮਾਂ ਵਿੱਚ ਤੁਹਾਨੂੰ ਖੁਸ਼ੀ ਵੀ ਦਿੰਦਾ ਹੈ, ਆਨੰਦ ਵੀ ਦਿੰਦਾ ਹੈ। ਉਹ ਇੱਕ ਇਨਸਾਨ ਹੈ, ਮਸੀਹ ਇਨਸਾਨ ਹੈ। ਜੇ ਕੋਈ ਉਹ ਪਰਮੇਸ਼ਵਰ ਲਈ ਕੰਮ ਨਾ ਕਰੇ, ਅਤੇ ਜੇ ਉਹ ਸੰਗਤੀ ਨਾ ਰੱਖੇ, ਅਤੇ ਜੇ ਉਹ ਚਰਚ ਨਾ ਆਵੇ ਜਾਂ ਪ੍ਰਭੂ ਦੇ ਨਾਮ ਨੂੰ ਮਹਿਮਾ ਨਾ ਦੇਵੇ, ਉਹ ਇਨਸਾਨ ਡਿਪਰੈਸ ਹੋ ਜਾਂਦਾ ਹੈ, ਉਹ ਇਨਸਾਨ ਦੀ ਖੁਸ਼ੀ ਚਲੀ ਜਾਂਦੀ ਹੈ। ਇਸ ਲਈ ਸਾਨੂੰ ਕੰਮ ਕਰਨੇ ਚਾਹੀਦੇ ਹਨ ਚੰਗੇ, ਪਰ ਸਾਨੂੰ ਜਾਣਨਾ ਚਾਹੀਦਾ ਹੈ ਕਿ ਇਹ ਕੰਮ ਜੋ ਹੈ ਪ੍ਰਭੂ ਦੀ ਮਹਿਮਾ ਲਈ ਤਿਆਰ ਕੀਤੇ ਗਏ, ਜੋ ਪ੍ਰਭੂ ਨੇ ਪਹਿਲਾਂ ਹੀ ਤਿਆਰ ਕਰ ਦਿੱਤੇ ਗਏ ਸੀ। ਅਸੀਂ ਬਾਈਬਲ 'ਚ ਇਹ ਵੀ ਪੜ੍ਹਦੇ ਹਾਂ ਕਿ ਖੁਦਾਵੰਦ ਨੇ ਇਹ ਦੁਨੀਆ ਰਚਣ ਤੋਂ ਪਹਿਲਾਂ ਹੀ ਸਾਨੂੰ ਚੁਣ ਲਿਆ ਸੀ, ਅਤੇ ਅਸੀਂ ਚੁਣੇ ਹੋਏ ਲੋਕ ਹਾਂ। ਅਤੇ ਚੁਣੇ ਹੋਏ ਲੋਕ ਦਾ ਚਿੰਨ੍ਹ ਕੀ ਹੈ? ਉਹਨਾਂ ਦੇ ਕੰਮ ਵੀ ਚੰਗੇ ਹੋ ਗਏ ਹਨ। ਇਸ ਲਈ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਖੁਦਾਵੰਦ ਨੇ ਸਾਨੂੰ ਇੱਕ ਨਵੀਂ ਰਚਨਾ ਵਾਂਗੂ ਰਚ ਦਿੱਤਾ ਹੈ। ਅਸੀਂ ਉਹਦੀ ਰਚਨਾ ਹਾਂ,
ਜਿਹੜੇ ਪ੍ਰਭੂ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ। ਤੇ ਅਸੀਂ ਦੂਜਾ ਕੁਰਿੰਥੀਆਂ ਉਹਦਾ 5ਵਾਂ ਅਧਿਆਇ ਤੇ ਉਸ ਦੀ 17 ਵਿੱਚ ਪੜ੍ਹਦੇ ਹਾਂ ਕਿ ਜੋ ਕੋਈ ਯਿਸੂ ਮਸੀਹ ਦੇ ਵਿੱਚ ਹੈ ਉਸ ਦੇ ਪੁਰਾਣੇ ਕੰਮ ਬਦਲ ਗਏ ਤੇ ਉਹ ਹੁਣ ਇੱਕ ਨਵੀਂ ਸ੍ਰਿਸ਼ਟੀ ਬਣ ਗਏ ਹਨ ਤੇ ਅਸੀਂ ਹੁਣ ਨਵੇਂ ਕੰਮ ਕਰਦੇ ਹਨ। ਪੁਰਾਣਾ ਜੋ ਆਦਮੀ ਹੈ ਉਹ ਮਰ ਗਿਆ ਹੈ, ਨਵਾਂ ਆਦਮੀ ਹੁਣ ਜੀਵਤ ਹੋ ਗਿਆ ਹੈ। ਤੇ ਕਿਉਂਕਿ ਅਸੀਂ ਯਿਸੂ ਮਸੀਹ ਦੇ ਵਿੱਚ ਪਾਏ ਜਾਂਦੇ ਹਾਂ, ਅਸੀਂ ਹੁਣ ਇਸ ਦੁਨੀਆ ਤੋਂ ਅਲੱਗ ਹੋ ਗਏ। ਹਾਲਾਂਕਿ ਅਸੀਂ ਇਸ ਦੁਨੀਆ ਵਿੱਚ ਰਹਿੰਦੇ ਹਾਂ, ਪਰ ਸਾਡੇ ਕੰਮ ਦੁਨੀਆ ਤੋਂ ਅਲੱਗ ਹੋ ਗਏ ਕਿਉਂਕਿ ਯਿਸੂ ਮਸੀਹ ਨੇ ਸਾਡੇ ਕੰਮਾਂ ਨੂੰ ਇਸ ਦੁਨੀਆ ਦੇ ਕੰਮਾਂ ਤੋਂ ਅਲੱਗ ਕਰ ਦਿੱਤਾ। ਇਸ ਕਰਕੇ ਅਸੀਂ ਪਵਿੱਤਰ ਕਹਿਲਾਏ ਗਏ। ਪਵਿੱਤਰਤਾ ਹੀ ਜੋ ਹੈ ਉਹਦਾ ਮਤਲਬ ਇਹ ਹੈ ਕਿ ਦੁਨੀਆ ਤੋਂ ਅਲੱਗ। ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੋਂ ਅਲੱਗ ਹੈ, ਉਹ ਪਵਿੱਤਰ ਹੈ ਤੇ ਉਹ ਚਾਹੁੰਦਾ ਹੈ ਕਿ ਉਸਦੇ ਲੋਕ ਵੀ ਪਵਿੱਤਰ ਹੋਣ, ਇਸ ਦੁਨੀਆ ਤੋਂ ਕੀ ਅਲੱਗ ਹੋਣ। ਅਸੀਂ ਇਸ ਦੁਨੀਆ ਨੂੰ ਨਫ਼ਰਤ ਨਹੀਂ ਕਰਦੇ, ਅਸੀਂ ਇਸ ਦੁਨੀਆ ਦੇ ਲੋਕਾਂ ਨੂੰ ਨਫ਼ਰਤ ਨਹੀਂ ਕਰਦੇ, ਅਸੀਂ ਉਹਨਾਂ ਨੂੰ ਪ੍ਰੇਮ ਕਰਦੇ ਹਾਂ ਤੇ ਉਹਨਾਂ ਨੂੰ ਖੁਦਾਵੰਦ ਦਾ ਸੁਸਮਾਚਾਰ ਦੱਸਦੇ ਹਾਂ, ਪਰ ਅਸੀਂ ਇਸ ਦੁਨੀਆ ਤੋਂ ਅਲੱਗ ਕੀਤੇ ਗਏ ਹੁਣ। ਇਸ ਲਈ ਸਾਨੂੰ ਚਾਹੀਦਾ ਹੈ ਕਿ ਕਿਉਂਕਿ ਅਸੀਂ ਅਲੱਗ ਕੀਤੇ ਗਏ, ਸਾਡੇ ਕੰਮ ਹੁਣ ਦੁਨੀਆ ਤੋਂ ਅਲੱਗ ਹੋ ਜਾਣ। ਅਸੀਂ ਗਾਲਾਂ ਕੱਢਣੀਆਂ ਛੱਡ ਦਈਏ, ਅਸੀਂ ਗੰਦਾ ਸੋਚਣਾ ਛੱਡ ਦਈਏ, ਅਸੀਂ ਨਸ਼ਿਆਂ 'ਚ ਜੋ ਸ਼ਾਇਦ ਕਈ ਲੋਕ ਫਸੇ ਹੋਣ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਪ੍ਰਭੂ ਤੋਂ ਮੰਗਣਾ ਚਾਹੀਦਾ ਕਿ ਖੁਦਾ ਮੈਨੂੰ ਸ਼ਕਤੀ ਦੇ ਤਾਂ ਕਿ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਭੱਜ ਸਕਾਂ ਅਤੇ ਖੁਦਾਵੰਦ ਸਾਡੀ ਮਦਦ ਵੀ ਕਰਦਾ ਹੈ। ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਰ 'ਤੇ ਭਰੋਸਾ ਰੱਖੀਏ ਅਤੇ ਖੁਦਾਵੰਦ ਦੇ ਵੱਲ ਆਈਏ। ਇਸ ਲਈ ਮੈਂ ਕਹਿਣਾ ਚਾਹੁੰਦਾ ਹਾਂ ਅੰਤ ਵਿੱਚ ਕਿ ਸਾਨੂੰ ਹਮੇਸ਼ਾ ਖੁਦਾਵੰਦ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਕਿਉਂਕਿ ਖੁਦਾਵੰਦ ਨੇ ਸਾਡੇ ਉੱਤੇ ਬਹੁਤ ਹੀ ਵੱਡੀ ਕਿਰਪਾ ਕਰ ਦਿੱਤੀ। ਜੇ ਅੱਜ ਤੁਸੀਂ ਮਸੀਹ ਹੋ ਕੇ ਨਿਰਾਸ਼ ਹੋ ਕਿ ਤੁਹਾਡੇ ਕੋਲ ਸ਼ਾਇਦ ਪੈਸਾ ਨਹੀਂ ਹੈ ਜਾਂ ਤੁਹਾਡੇ ਕੋਲ ਵੱਡਾ ਘਰ ਨਹੀਂ ਹੈ ਜਾਂ ਤੁਸੀਂ ਬਾਹਰ ਨਹੀਂ ਆਏ, ਜੇ ਇਹਨਾਂ ਗੱਲਾਂ ਕਰਕੇ ਤੁਸੀਂ ਨਿਰਾਸ਼ ਹੋ ਅਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਯਿਸੂ ਮਸੀਹ ਦੀ ਖੁਸ਼ੀ ਤੁਹਾਡੇ ਅੰਦਰ ਹੈ? ਕਿਉਂਕਿ ਜਿਹਦੇ ਕੋਲ ਮਸੀਹ ਹੈ ਉਹਦੇ ਕੋਲ ਸਭ ਕੁਛ ਹੈ, ਚਾਹੇ ਉਹ ਕਿਸੇ ਵੀ ਦੇਸ਼ ਵਿੱਚ ਰਹੇ। ਜਿਹੜਾ ਕੋਈ ਮਸੀਹ ਦੇ ਵਿੱਚ ਨਹੀਂ ਹੈ ਉਹਦੇ ਕੋਲ ਸ਼ਾਇਦ ਕਿੰਨਾ ਕੁਛ ਵੀ ਕਿਉਂ ਨਾ ਹੋਵੇ, ਪਰ ਉਹ ਇਨਸਾਨ ਕੀ ਗਰੀਬ ਹੈ। ਜੋ ਯਿਸੂ ਮਸੀਹ ਦੇ ਵਿੱਚ ਹੈ ਉਹ ਅਮੀਰ ਹੈ। ਅਤੇ ਸਾਨੂੰ ਚਾਹੀਦਾ ਇੱਕ ਹੋਰ ਗੱਲ ਸਮਝਣੀ ਚਾਹੀਦੀ ਹੈ ਕਿ ਅਸੀਂ ਆਪਣੇ ਕੰਮਾਂ ਰਾਹੀਂ ਖੁਦਾਵੰਦ ਦੀ ਕਿਰਪਾ ਨੂੰ ਹਾਸਿਲ ਨਹੀਂ ਕਰਦੇ, ਅਸੀਂ ਕਿਰਪਾ ਹਾਸਿਲ ਕਰਕੇ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਅਤੇ ਖੁਦਾਵੰਦ ਦੀ ਜੋ ਇੱਕ ਨੇਚਾ ਹੈ ਸਾਡੀ ਜ਼ਿੰਦਗੀ ਦੇ ਵਿੱਚ, ਹੁਣ ਅਸੀਂ ਖੁਦਾਵੰਦ 'ਤੇ ਨੇਚਾ ਕਰਦੇ ਹਾਂ, ਸਿਰਫ ਇਹੀ ਨੇਚਾ ਸਾਨੂੰ ਖੁਦਾਵੰਦ ਦੇ ਕੋਲ ਲੈ ਕੇ ਜਾਂਦੀ ਹੈ। ਬਿਨਾਂ ਵਿਸ਼ਵਾਸ ਤੋਂ, ਬਿਨਾਂ ਨੇਚਾ ਤੋਂ ਕੋਈ ਪ੍ਰਭੂ ਦੇ ਕੋਲ ਨਹੀਂ ਆਉਂਦਾ ਅਤੇ ਜਿਸ ਦੇ ਕੋਲ ਨੇਚਾ ਹੈ ਉਸ ਦੇ ਕੋਲ ਪ੍ਰਭੂ ਹੈ। ਅਤੇ ਇਸ ਲਈ ਸਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਅੱਜ ਦੇ ਦਿਨ ਲਈ ਕਿ ਸਾਡੇ ਕੋਲ ਪ੍ਰਭੂ ਹੈ। ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਖੁਦਾਵੰਦ ਦੀ ਉਸਤਤ ਕਰੀਏ, ਖੁਦਾਵੰਦ ਦੇ ਨਾਮ ਨੂੰ ਮਹਿਮਾ ਦਈਏ ਅਤੇ ਖੁਦਾਵੰਦ ਦੇ ਲਈ ਚੰਗੇ ਕੰਮ ਕਰੀਏ। ਅਤੇ ਖੁਦਾਵੰਦ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਦੱਸਣ, ਉਹਨਾਂ ਲੋਕਾਂ ਨੂੰ ਦੱਸਣ ਖੁਦਾਵੰਦ ਦੇ ਪਿਆਰ ਬਾਰੇ ਜੋ ਕਿ ਉਸਦੇ ਪਿਆਰ ਨੂੰ ਨਹੀਂ ਜਾਣਦੇ। ਕਿੰਨੇ ਲੋਕ ਹਨ ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਗੁਆਂਢੀ, ਸਾਡੇ ਰਿਸ਼ਤੇਦਾਰ ਜਾਂ ਕਈ ਹੋਰ ਲੋਕ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ ਜੋ ਕਿ ਗੁਆਚੇ ਹੋਏ ਹਨ। ਅਤੇ ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਅਸੀਂ ਖੁਦਾਵੰਦ ਦੀ ਖੁਸ਼ਖਬਰੀ ਬਾਰੇ ਦੱਸੀਏ। ਅਤੇ ਇਹ ਸੀ ਅੱਜ ਦਾ ਵਚਨ। ਅਤੇ ਅਸੀਂ ਫਿਰ ਮਿਲਾਂਗੇ ਅਗਲੇ ਹਫ਼ਤੇ। ਤਦ ਤੱਕ ਲਈ ਮੈਂ ਉਮੀਦ ਕਰਦਾ ਹਾਂ ਤੁਸੀਂ ਇਹ ਵਚਨਾਂ ਉੱਤੇ ਗੌਰ ਕਰੋਗੇ ਅਤੇ ਜੇ ਤੁਸੀਂ ਮਸੀਹ ਦੇ ਵਿੱਚ ਹੋ ਆਨੰਦਿਤ ਰਹੋ ਕਿਉਂਕਿ ਯਿਸੂ ਮਸੀਹ ਤੁਹਾਡੇ ਵਿੱਚ ਹੈ। ਅਤੇ ਜੇ ਤੁਸੀਂ ਯਿਸੂ ਮਸੀਹ ਦੇ ਵਿੱਚ ਨਹੀਂ ਹੋ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਵਚਨ ਨੂੰ ਧਿਆਨ ਨਾਲ ਸੁਣੋ ਅਤੇ ਖੁਦਾਵੰਦ ਚਾਹੁੰਦਾ ਹੈ ਕਿ ਉਹ ਤੁਹਾਨੂੰ ਮਾਫ਼ ਕਰੇ। ਅਤੇ ਮਾਫ਼ੀ ਦਾ ਸਾਧਨ ਸਿਰਫ ਇੱਕ ਹੈ, ਤੌਬਾ, ਪਾਪਾਂ ਤੋਂ ਤੌਬਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲ ਮੁੜਨਾ। ਅਤੇ ਜੇ ਤੁਸੀਂ ਇੱਦਾਂ ਕਰਦੇ ਹੋ, ਖੁਦਾਵੰਦ ਤੁਹਾਡੇ ਕੋਲ ਆਉਂਦਾ ਹੈ ਅਤੇ ਉਹ ਤੁਹਾਨੂੰ ਮਾਫ਼ ਕਰਦਾ ਹੈ ਤਾਂ ਤੁਹਾਨੂੰ ਸਦੀਵਕ ਜੀਵਨ ਦਿੰਦਾ ਹੈ ਅਤੇ ਸ਼ਾਂਤੀ ਅਤੇ ਤੰਦਰੁਸਤੀ ਦਿੰਦਾ ਹੈ ਜੋ ਕਿ ਬਿਨਾਂ ਯਿਸੂ ਮਸੀਹ ਤੋਂ ਨਹੀਂ ਮਿਲ ਸਕਦੀ। ਅਤੇ ਖੁਦਾਵੰਦ ਤੁਹਾਨੂੰ ਇਸ ਵਚਨ ਤੋਂ ਬਰਕਤ ਦੇਵੇ ਅਤੇ ਅਸੀਂ ਫਿਰ ਮਿਲਾਂਗੇ ਅਗਲੇ ਹਫ਼ਤੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ।